ਆਪਸੀਆਂ ਦੀ ਵਿਸ਼ਵਾਸ ਸੰਗਤ ਨੂੰ ਸੰਤ ਪੌਲੂਸ ਦੇ ਪੱਤਰ ਦੀ ਭੂਮਿਕਾ। ਇਸ ਪੱਤਰ ਤੋਂ ਪਹਿਲਾਂ ਆਪਾਂ ਗਲਾਤੀਆਂ ਦੀ ਵਿਸ਼ਵਾਸ ਸੰਗਤ ਨੂੰ ਪੌਲੂਸ ਵੱਲੋਂ ਲਿਖਿਆ ਪੱਤਰ ਪੜ੍ਹਿਆ ਸੀ। ਆਪਸੀਆਂ ਦੇ ਪੱਤਰ ਵਾਲੀ ਕਿਤਾਬ ਨਵੇਂ ਨੇਮ ਦੀ 10ਵੀਂ ਕਿਤਾਬ ਹੈ। ਜਿਵੇਂ ਆਪਾਂ ਗੱਲ ਕੀਤੀ ਸੀ ਕਿ ਸੰਤ ਪੌਲੂਸ ਨੇ ਵੱਖਰੇ ਵੱਖਰੇ ਥਾਵਾਂ, ਸ਼ਹਿਰਾਂ, ਸੂਬਿਆਂ ਵਿੱਚ ਕਲੀਸਿਆਵਾਂ ਦੀ ਸਥਾਪਨਾ ਕੀਤੀ। ਉਹਨਾਂ ਵਿੱਚੋਂ ਅਫਸੀਆਂ ਵੀ ਇੱਕ ਥਾਂ ਸੀ ਜਿੱਥੇ ਪੌਲੂਸ ਨੇ ਕਲੀਸਿਆ ਦੀ ਸਥਾਪਨਾ ਕੀਤੀ। ਇੱਥੇ ਪੌਲੂਸ ਸਭ ਤੋਂ ਪਹਿਲਾਂ ਇਸ ਪੱਤਰ ਰਾਹੀਂ ਇਹ ਦੱਸਦਾ ਹੈ ਕਿ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣ। ਇਸ ਪੱਤਰ ਵਿੱਚ ਸੰਤ ਪੌਲੂਸ ਨੇ ਪਰਮੇਸ਼ਰ ਦੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਯਿਸੂ ਮਸੀਹ ਦੀ ਸੰਗਤ ਵਿੱਚ ਮਨੁੱਖ ਜਾਤੀ ਦੀ ਏਕਤਾ ਲਈ ਪਰਮੇਸ਼ਰ ਦੀ ਮਹਾਨ ਯੋਜਨਾ ਦੇ ਅਨੁਸਾਰ ਜਿਉਣ। ਇਸ ਪੱਤਰ ਦੇ ਪਹਿਲੇ ਹਿੱਸੇ ਵਿੱਚ ਸੰਤ ਪੌਲੂਸ ਨੇ ਏਕਤਾ ਜਾਣੀ ਕਿ ਯੂਨਿਟੀ ਦੇ ਵਿਸ਼ੇ ਬਾਰੇ ਲਿਖਿਆ ਹੈ। ਉਸ ਨੇ ਉਸ ਰਾਹ ਦਾ ਬਿਆਨ ਕੀਤਾ ਹੈ ਜਿਸ ਦੁਆਰਾ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਚੁਣਿਆ ਹੈ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਉਸ ਦੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਉਹਨਾਂ ਦੇ ਪਾਪਾਂ ਤੋਂ ਮਾਫੀ ਮਿਲੀ ਅਤੇ ਉਹ ਆਜ਼ਾਦ ਕੀਤੇ ਗਏ ਅਤੇ ਪਵਿੱਤਰ ਆਤਮਾ ਰਾਹੀਂ ਪਰਮੇਸ਼ਰ ਦੀ ਵੱਡੀ ਪ੍ਰਤਿੱਗਿਆ ਕਿਸ ਤਰ੍ਹਾਂ ਪੂਰੀ ਹੋਵੇਗੀ। ਪੱਤਰ ਦੇ ਦੂਜੇ ਭਾਗ ਵਿੱਚ ਸੰਤ ਪੌਲੂਸ ਨੇ ਆਪਣੇ ਪਾਠਕਾਂ ਅੱਗੇ ਬੇਨਤੀ ਕੀਤੀ ਹੈ ਕਿ ਉਹ ਇਸ ਤਰ੍ਹਾਂ ਰਹਿਣ ਕਿ ਮਸੀਹ ਦੀ ਸੰਗਤ ਉਹਨਾਂ ਦੇ ਜੀਵਨ ਵਿੱਚ ਅਸਲੀ ਰੂਪ ਧਾਰ ਲਵੇ। ਬਹੁਤ ਸਾਰੇ ਚਿੰਨ੍ਹਾਂ ਦੁਆਰਾ ਪਰਮੇਸ਼ਰ ਦੇ ਲੋਕਾਂ ਦੀ ਮਸੀਹ ਦੇ ਵਿੱਚ ਏਕਤਾ ਦਾ ਬਿਆਨ ਕੀਤਾ ਗਿਆ ਹੈ। ਵਿਸ਼ਵਾਸ ਸੰਗਤ ਇੱਕ ਸਰੀਰ ਵਾਂਗ ਹੈ ਜਿਸ ਦਾ ਸਿਰ ਮਸੀਹ ਹੈ। ਵਿਸ਼ਵਾਸ ਸੰਗਤ ਇੱਕ ਇਮਾਰਤ ਦੀ ਤਰ੍ਹਾਂ ਹੈ ਜਿਸ ਦੇ ਕੋਨੇ ਦਾ ਪੱਥਰ ਮਸੀਹ ਹੈ ਅਤੇ ਵਿਸ਼ਵਾਸ ਸੰਗਤ ਇੱਕ ਪਤਨੀ ਦੀ ਤਰ੍ਹਾਂ ਹੈ ਜਿਸ ਦਾ ਪਤੀ ਮਸੀਹ ਹੈ। ਇਸ ਪੱਤਰ ਦਾ ਪਰਮੇਸ਼ਰ ਦੀ ਮਸੀਹ ਵਿੱਚ ਕਿਰਪਾ ਸਭ ਤੋਂ ਵੱਡਾ ਵਿਸ਼ਾ ਹੈ। ਇਸ ਵਿੱਚ ਹਰ ਚੀਜ਼ ਮਸੀਹ ਦੇ ਪਿਆਰ, ਕੁਰਬਾਨੀ, ਮਾਫੀ, ਕਿਰਪਾ ਅਤੇ ਪਵਿੱਤਰਤਾ ਦੇ ਆਧਾਰ ਤੇ ਦੇਖੀ ਗਈ ਹੈ। ਆਮੀਨ। ਆਪਸੀਆਂ ਦੀ ਕਿਤਾਬ ਅਧਿਆਇ 1। ਪੌਲੂਸ ਦੇ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਸੰਦੇਸ਼ਵਾਹਕ ਹੈ, ਆਪਸੀਆਂ ਦੀ ਪਵਿੱਤਰ ਵਿਸ਼ਵਾਸ ਸੰਗਤ ਨੂੰ ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਅਰਥਾਤ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਸ ਨੇ ਸਾਨੂੰ ਮਸੀਹ ਦੁਆਰਾ ਹਰ ਆਤਮਿਕ ਦਾਤ ਦਾ ਦਾਨ ਜੋ ਸਵਰਗ ਵਿੱਚ ਹੈ ਦਿੱਤਾ ਹੈ। ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਉਸ ਨੇ ਸਾਨੂੰ ਮਸੀਹ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਾਹਮਣੇ ਪਵਿੱਤਰ ਅਤੇ ਨਿਹਕਲੰਕ ਠਹਿਰੀਏ। ਸਾਡੇ ਨਾਲ ਆਪਣੇ ਪਿਆਰ ਦੇ ਕਾਰਨ ਉਸ ਨੇ ਸਾਨੂੰ ਵੱਖ ਕਰ ਲਿਆ ਕਿ ਅਸੀਂ ਯਿਸੂ ਮਸੀਹ ਦੁਆਰਾ ਉਸ ਦੀ ਗੋਦ ਲਈ ਸੰਤਾਨ ਬਣ ਜਾਈਏ। ਇਹ ਸਭ ਉਸ ਦੀ ਆਪਣੀ ਖੁਸ਼ੀ ਅਤੇ ਇੱਛਾ ਦੇ ਕਾਰਨ ਹੋਇਆ। ਉਸ ਨੇ ਇਹ ਕੀਤਾ ਕਿ ਅਸੀਂ ਸੱਚੇ ਮਨੋਂ ਉਸ ਦੀ ਅਤ ਸੁੰਦਰ ਦਾਤ ਦੀ ਜੋ ਸਾਨੂੰ ਉਸ ਦੇ ਪਿਆਰੇ ਪੁੱਤਰ ਵਿੱਚ ਮਿਲੀ ਹੈ ਵਡਿਆਈ ਕਰੀਏ। ਮਸੀਹ ਦੇ ਖੂਨ ਦੁਆਰਾ ਹੀ ਸਾਡੇ ਪਾਪ ਮਾਫ ਹੋਏ ਹਨ ਅਤੇ ਸਾਨੂੰ ਮੁਕਤੀ ਮਿਲੀ ਹੈ। ਉਸ ਦੀ ਕਿਰਪਾ ਕਿੰਨੀ ਮਹਾਨ ਹੈ ਜੋ ਉਸ ਨੇ ਸਾਨੂੰ ਬਹੁਤਾਤ ਮਾਤਰਾ ਵਿੱਚ ਦਿੱਤੀ ਹੈ। ਉਸ ਨੇ ਆਪਣੀ ਪੂਰਨ ਸਮਝ ਅਤੇ ਬੁੱਧੀ ਨਾਲ ਆਪਣੀ ਗੁਪਤ ਇੱਛਾ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਅਰਥਾਤ ਆਪਣੇ ਮਸੀਹ ਵਿੱਚ ਪਹਿਲਾਂ ਹੀ ਕੀਤੇ ਫੈਸਲੇ ਬਾਰੇ। ਉਹ ਇੱਛਾ ਇਹ ਹੈ ਉਸ ਦਾ ਮਿਥਿਆ ਸਮਾਂ ਆਉਣ ਤੇ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣ। ਮਸੀਹ ਵਿੱਚ ਹੀ ਅਸੀਂ ਪਰਮੇਸ਼ਰ ਦੇ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ ਦੇ ਅਨੁਸਾਰ ਚੁਣੇ ਗਏ ਹਾਂ। ਇਹ ਵੀ ਪਰਮੇਸ਼ਰ ਦੀ ਦੈਵੀ ਯੋਜਨਾ ਅਤੇ ਇੱਛਾ ਦੇ ਆਧਾਰ ਤੇ ਹੋਇਆ। ਇਹ ਇਸ ਲਈ ਹੋਇਆ ਕਿ ਅਸੀਂ ਜੋ ਪਹਿਲਾਂ ਹੀ ਮਸੀਹ ਤੇ ਆਪਣੀ ਆਸ਼ਾ ਰੱਖੇ ਹੋਏ ਸਾਂ ਉਸ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀਏ। ਇਸੇ ਤਰ੍ਹਾਂ ਪਿੱਛੋਂ
ਤੁਸੀਂ ਵੀ ਮਸੀਹ ਦੁਆਰਾ ਸੱਤ ਦਾ ਸੰਦੇਸ਼ ਸੁਣਿਆ, ਅਰਥਾਤ ਆਪਣੀ ਮੁਕਤੀ ਦਾ ਸ਼ੁਭ ਸਮਾਚਾਰ। ਫਿਰ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਹ ਸਿੱਧ ਕੀਤਾ ਕਿ ਤੁਸੀਂ ਵੀ ਉਸਦੇ ਹੋ, ਅਤੇ ਇਸ ਤਰ੍ਹਾਂ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦੀ ਮੋਹਰ ਆਪਣੇ ਤੇ ਲਾ ਲਈ। ਇਹ ਪਵਿੱਤਰ ਆਤਮਾ ਹੀ ਸਾਡੇ ਅੱਗੇ ਮਿਲਣ ਵਾਲੇ ਵਿਰਸੇ ਦੀ ਪ੍ਰਤਿੱਗਿਆ ਹੈ, ਅਰਥਾਤ ਉਸ ਵਿੱਚ ਪੂਰਨ ਆਜ਼ਾਦੀ ਦੀ, ਉਸ ਦੀ ਮਹਿਮਾ ਅਤੇ ਉਸਤਤੀ ਹੋਵੇ। ਇਸ ਕਾਰਨ ਜਦੋਂ ਮੈਂ ਪ੍ਰਭੂ ਯਿਸੂ ਤੇ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ਰ ਦੇ ਲੋਕਾਂ ਵੱਲ ਤੁਹਾਡੇ ਪਿਆਰ ਦੇ ਬਾਰੇ ਸੁਣਿਆ ਹੈ, ਤਾਂ ਮੈਂ ਉਸ ਸਮੇਂ ਤੋਂ ਹੀ ਹਮੇਸ਼ਾ ਬਿਨਾਂ ਰੁਕੇ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਅਤੇ ਤੁਹਾਨੂੰ ਆਪਣੀ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਆ ਰਿਹਾ ਹਾਂ। ਮੇਰੀ ਪ੍ਰਾਰਥਨਾ ਹੈ ਕਿ ਪ੍ਰਤਾਪੀ ਪਿਤਾ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਹੈ, ਤੁਹਾਨੂੰ ਸਮਝ ਅਤੇ ਪ੍ਰਕਾਸ਼ ਦਾ ਆਤਮਾ ਦੇਵੇ ਕਿ ਤੁਸੀਂ ਉਸ ਨੂੰ ਜਾਣੋ। ਮੇਰੀ ਪ੍ਰਾਰਥਨਾ ਹੈ ਕਿ ਤੁਹਾਡੇ ਮਨ ਦੀਆਂ ਅੰਦਰੂਨੀ ਅੱਖਾਂ ਖੁੱਲ੍ਹ ਜਾਣ, ਤਾਂ ਜੋ ਤੁਸੀਂ ਉਸ ਆਸ਼ਾ ਨੂੰ ਜਾਣ ਸਕੋ ਜਿਸ ਦੇ ਲਈ ਤੁਸੀਂ ਬੁਲਾਏ ਗਏ ਹੋ। ਉਹ ਵਿਰਸਾ ਕਿੰਨਾ ਮਹਾਨ ਹੈ ਜਿਸ ਦੀ ਪ੍ਰਤਿੱਗਿਆ ਉਸਨੇ ਆਪਣੇ ਲੋਕਾਂ ਨਾਲ ਕੀਤੀ ਹੈ। ਕਿੰਨੀ ਉਸ ਦੀ ਮਹਾਨ ਸ਼ਕਤੀ ਹੈ ਜੋ ਅਸਾਂ ਵਿਸ਼ਵਾਸ ਕਰਨ ਵਾਲਿਆਂ ਦੇ ਵਿੱਚ ਕੰਮ ਕਰਦੀ ਹੈ। ਇਹੀ ਸ਼ਕਤੀ ਸਾਡਾ ਮਹਾਬਲ ਹੈ। ਇਸੇ ਸ਼ਕਤੀ ਦੁਆਰਾ ਉਸਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਅਤੇ ਸਵਰਗ ਵਿੱਚ ਉਸ ਨੂੰ ਆਪਣੇ ਸੱਜੇ ਹੱਥ ਵਿਰਾਜਮਾਨ ਕੀਤਾ ਹੈ। ਉੱਥੋਂ ਹੀ ਉਹ ਸਭ ਦੇ ਉੱਤੇ ਸ਼ਾਸਕਾਂ, ਅਧਿਕਾਰੀਆਂ, ਸ਼ਕਤੀਆਂ ਅਤੇ ਪ੍ਰਭੂਆਂ ਤੇ ਰਾਜ ਕਰਦਾ ਹੈ। ਉਸ ਦਾ ਨਾਂ ਸਭ ਨਾਮਾਂ ਤੋਂ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਤੱਕ ਵੀ ਉੱਚਾ ਹੈ। ਪਰਮੇਸ਼ਰ ਨੇ ਉਸ ਦੇ ਪੈਰਾਂ ਹੇਠ ਸਭ ਚੀਜ਼ਾਂ ਕਰ ਦਿੱਤੀਆਂ ਹਨ ਅਤੇ ਵਿਸ਼ਵਾਸ ਸੰਗਤ ਨੂੰ ਸਰਤਾਜ ਦੇ ਰੂਪ ਵਿੱਚ ਉਸ ਨੂੰ ਦਿੱਤਾ ਹੈ। ਵਿਸ਼ਵਾਸ ਸੰਗਤ ਉਸ ਦਾ ਸਰੀਰ ਹੈ। ਉਹੀ ਉਸ ਨੂੰ ਪੂਰਨ ਕਰਦਾ ਹੈ, ਜੋ ਸਭ ਦਾ ਪੂਰਨ ਕਰਤਾ ਹੈ। ਅਫਸੀਆਂ ਦੀ ਕਿਤਾਬ ਅਧਿਆਇ 2, ਮੌਤ ਤੋਂ ਜੀਵਨ। ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੋ। ਉਸ ਸਮੇਂ ਤੁਸੀਂ ਇਸ ਸੰਸਾਰ ਦੇ ਭੈੜੇ ਰਾਹਾਂ ਤੇ ਚੱਲਦੇ ਸੋ ਅਤੇ ਉਸ ਆਤਮਾ ਦੇ ਅਧੀਨ ਸੋ ਜੋ ਆਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ। ਇਹੀ ਆਤਮਾ ਇਸ ਵੇਲੇ ਵੀ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਹਨ। ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਸਾਂ। ਅਸੀਂ ਵੀ ਆਪਣੀਆਂ ਸਰੀਰਕ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਸਾਂ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਅਨੁਸਾਰ ਚੱਲਦੇ ਸਾਂ। ਇਸ ਤਰ੍ਹਾਂ ਅਸੀਂ ਵੀ ਦੂਜਿਆਂ ਦੀ ਤਰ੍ਹਾਂ ਪਰਮੇਸ਼ਰ ਦੀ ਦੈਵੀ ਸਜ਼ਾ ਦੇ ਭਾਗੀ ਸਾਂ। ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ, ਉਸ ਦਾ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਵਿੱਚ ਫਿਰ ਜਿੰਦਾ ਕਰ ਦਿੱਤਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਯਿਸੂ ਦੀ ਸੰਗਤ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸ ਦੇ ਨਾਲ ਜਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਉਸਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁੱਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਯਿਸੂ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਇਹ ਕਰਮਾਂ ਦਾ ਨਤੀਜਾ ਨਹੀਂ। ਇਸ ਲਈ ਇਸ ਤੇ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਪਰਮੇਸ਼ਰ ਦੀ ਰਚਨਾ ਹਾਂ। ਉਸਨੇ ਸਾਨੂੰ ਮਸੀਹ ਯਿਸੂ ਦੇ ਦੁਆਰਾ ਰਚਿਆ ਕਿ ਅਸੀਂ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰੀਏ, ਜੋ ਉਸਨੇ ਪਹਿਲਾਂ ਹੀ ਸਾਡੇ ਕਰਨ ਲਈ ਠਹਿਰਾਇਆ ਹੈ। ਮਸੀਹ ਵਿੱਚ ਏਕਤਾ। ਇਹ ਯਾਦ ਰੱਖੋ ਕਿ ਉਹ ਵੀ ਸਮਾਂ ਸੀ ਜਦੋਂ ਤੁਹਾਨੂੰ ਪਰਾਈ ਕੌਮ ਦਾ ਨਾਂ ਦਿੱਤਾ ਗਿਆ ਸੀ,
ਕਿਉਂਕਿ ਤੁਸੀਂ ਸਰੀਰਕ ਰਸਮਾਂ ਨੂੰ ਪੂਰਾ ਨਹੀਂ ਕੀਤਾ ਸੀ। ਉਸ ਸਮੇਂ ਉਹ ਜਿਨ੍ਹਾਂ ਇਸ ਸਰੀਰਕ ਰਸਮ ਨੂੰ ਪੂਰਾ ਕੀਤਾ ਸੀ ਆਪਣੇ ਆਪ ਨੂੰ ਸੁੰਨਤੀ ਕਹਿੰਦੇ ਸਨ ਅਤੇ ਤੁਹਾਨੂੰ ਅਸੁੰਨਤੀ। ਉਸ ਸਮੇਂ ਤੁਸੀਂ ਬਿਨਾਂ ਮਸੀਹ ਦੇ ਸੋ। ਇਸ ਕਾਰਨ ਤੁਸੀਂ ਇਜ਼ਰਾਈਲ ਕੌਮ ਦੀ ਨਾਗਰਿਕਤਾ ਤੋਂ ਰਹਿਤ ਅਤੇ ਪ੍ਰਤਿੱਗਿਆ ਵਾਲੇ ਨੇਮ ਤੋਂ ਦੂਰ ਸੋ। ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਬਿਨਾਂ ਆਸ਼ਾ ਅਤੇ ਪਰਮੇਸ਼ਰ ਦੇ ਰਹਿੰਦੇ ਸੋ। ਪਰ ਹੁਣ ਮਸੀਹ ਦੇ ਵਿੱਚ ਤੁਸੀਂ ਜੋ ਉਸ ਸਮੇਂ ਦੂਰ ਸੀ, ਮਸੀਹ ਦੇ ਖੂਨ ਦੁਆਰਾ ਲਾਗੇ ਲਿਆਂਦੇ ਗਏ ਹੋ। ਮਸੀਹ ਆਪ ਸਾਡਾ ਮੇਲ ਹੈ। ਉਸ ਨੇ ਹੀ ਯਹੂਦੀਆਂ ਅਤੇ ਦੂਜੀਆਂ ਕੌਮਾਂ ਨੂੰ ਇੱਕ ਕੀਤਾ ਹੈ। ਉਸ ਨੇ ਆਪਣੇ ਸਰੀਰ ਦੀ ਕੁਰਬਾਨੀ ਦੁਆਰਾ ਵੈਰ ਭਾਵ ਅਤੇ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ ਹੈ। ਉਸ ਨੇ ਨੇਮ ਨੂੰ ਉਸ ਦੇ ਹੁਕਮਾਂ ਅਤੇ ਮੰਗਾਂ ਸਮੇਤ ਖਤਮ ਕਰ ਦਿੱਤਾ ਹੈ। ਉਸ ਨੇ ਇਹ ਇਸ ਲਈ ਕੀਤਾ ਹੈ ਕਿ ਉਹ ਯਹੂਦੀਆਂ ਅਤੇ ਦੂਜੀਆਂ ਕੌਮਾਂ ਵਿੱਚੋਂ ਇੱਕ ਸਾਂਝੀ ਕੌਮ ਪੈਦਾ ਕਰੇ ਜੋ ਉਸ ਦੇ ਨਾਲ ਇੱਕ ਹੋਵੇ ਅਤੇ ਇਸ ਤਰ੍ਹਾਂ ਸ਼ਾਂਤੀ ਸਥਾਪਿਤ ਹੋਵੇ। ਉਹ ਸਲੀਬ ਤੇ ਇਸੇ ਲਈ ਮਰਿਆ ਕਿ ਸਾਡੇ ਦੋਹਾਂ ਵਿਚਲੇ ਵੈਰ ਨੂੰ ਖਤਮ ਕਰਕੇ ਸਾਨੂੰ ਇੱਕ ਕੌਮ ਦੇ ਰੂਪ ਵਿੱਚ ਪਰਮੇਸ਼ਰ ਕੋਲ ਵਾਪਸ ਲਿਆਵੇ। ਮਸੀਹ ਨੇ ਆ ਕੇ ਸ਼ੁਭ ਸਮਾਚਾਰ ਦਾ ਪ੍ਰਚਾਰ ਤੁਹਾਡੇ ਲਈ ਕੀਤਾ, ਜੋ ਦੂਰ ਸੋ ਅਤੇ ਯਹੂਦੀਆਂ ਲਈ ਵੀ ਜੋ ਨੇੜੇ ਸਨ। ਹੁਣ ਇਹ ਮਸੀਹ ਦੇ ਦੁਆਰਾ ਹੀ ਸਾਨੂੰ ਦੋਹਾਂ ਅਰਥਾਤ ਯਹੂਦੀਆਂ ਅਤੇ ਤੁਹਾਨੂੰ ਇੱਕ ਆਤਮਾ ਦੇ ਵਿੱਚ ਹੋ ਕੇ ਇੱਕ ਪਰਮੇਸ਼ਰ ਸਾਹਮਣੇ ਜਾਣ ਦਾ ਇੱਕੋ ਜਿਹਾ ਅਧਿਕਾਰ ਮਿਲਿਆ ਹੈ। ਇਸ ਲਈ ਹੁਣ ਤੁਸੀਂ ਪਰਦੇਸੀ ਅਤੇ ਵਿਦੇਸ਼ੀ ਨਹੀਂ ਰਹੇ ਹੋ। ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੰਗਤ ਅਤੇ ਟੱਬਰ ਦੇ ਅੰਗ ਹੋ। ਹੁਣ ਤੁਸੀਂ ਵੀ ਉਸੇ ਇਮਾਰਤ ਦੇ ਅੰਗ ਹੋ ਜਿਸ ਦੀ ਨੀਂਹ ਰਸੂਲ ਅਤੇ ਨਬੀ ਹਨ ਅਤੇ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਸੂ ਆਪ ਹੈ। ਉਸੇ ਦੀ ਸੰਗਤ ਵਿੱਚ ਸਾਰੀ ਇਮਾਰਤ ਦੀ ਉਸਾਰੀ ਪਰਮੇਸ਼ਰ ਦੇ ਅਭਿਸ਼ੇਕ ਪਵਿੱਤਰ ਮੰਦਰ ਦੇ ਰੂਪ ਵਿੱਚ ਹੋ ਰਹੀ ਹੈ। ਉਸੇ ਦੀ ਸੰਗਤ ਵਿੱਚ ਹੀ ਦੂਜਿਆਂ ਦੇ ਨਾਲ ਤੁਹਾਡੀ ਵੀ ਆਤਮਾ ਦੇ ਦੁਆਰਾ ਇੱਕ ਘਰ ਦੇ ਰੂਪ ਵਿੱਚ ਪਰਮੇਸ਼ਰ ਦੇ ਰਹਿਣ ਲਈ ਉਸਾਰੀ ਹੋ ਰਹੀ ਹੈ। ਅਫਸੀਆਂ ਦੀ ਕਿਤਾਬ ਅਧਿਆਇ 3। ਮੈਂ ਪੌਲੁਸ ਤੁਸਾਂ ਪਰਾਈਆਂ ਕੌਮਾਂ ਦੇ ਲਈ ਮਸੀਹ ਯਸੂ ਦਾ ਕੈਦੀ ਹਾਂ। ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ। ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਹ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਹੀ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਲਈ ਸੌਂਪੀ ਹੈ। ਪਰਮੇਸ਼ਰ ਨੇ ਆਪਣਾ ਗੁਪਤ ਭੇਦ ਮੇਰੇ ਤੇ ਪ੍ਰਗਟ ਕੀਤਾ ਹੈ। ਇਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਲਿਖ ਚੁੱਕਾ ਹਾਂ ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਦ ਦੇ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ। ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਤੇ ਇਹ ਭੇਦ ਪ੍ਰਗਟ ਨਹੀਂ ਸੀ ਕੀਤਾ ਗਿਆ, ਪਰ ਪਰਮੇਸ਼ਰ ਨੇ ਆਪਣੀ ਆਤਮਾ ਦੁਆਰਾ ਇਸ ਯੁੱਗ ਵਿੱਚ ਹੀ ਭੇਦ ਆਪਣੇ ਪਵਿੱਤਰ ਸੰਦੇਸ਼ਵਾਹਕਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ। ਉਹ ਭੇਦ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਵੀ ਯਹੂਦੀ ਲੋਕਾਂ ਦੇ ਨਾਲ ਪਰਮੇਸ਼ਰ ਦੀ ਪ੍ਰਤਿੱਗਿਆ ਕੀਤੀ ਅਸੀਸ ਦੇ ਭਾਗੀ ਹਨ ਅਤੇ ਉਹਨਾਂ ਦੇ ਨਾਲ ਇੱਕ ਹੀ ਸਰੀਰ ਦੇ ਅੰਗ ਵੀ ਹਨ। ਪਰਮੇਸ਼ਰ ਨੇ ਆਪਣੀ ਕਿਰਪਾ ਦੇ ਮੁਫਤ ਦਾਨ ਅਤੇ ਆਪਣੀ ਹਰ ਸਮੇਂ ਕੰਮ ਕਰ ਰਹੀ ਸ਼ਕਤੀ ਦੇ ਦੁਆਰਾ ਮੈਨੂੰ ਸ਼ੁਭ ਸਮਾਚਾਰ ਦਾ ਸੇਵਾਦਾਰ ਬਣਾਇਆ ਹੈ। ਮੈਂ ਪਰਮੇਸ਼ਰ ਦੇ ਸਭ ਲੋਕਾਂ ਨਾਲੋਂ ਘਟੀਆ ਹਾਂ, ਪਰ ਫਿਰ ਵੀ ਪਰਮੇਸ਼ਰ ਨੇ ਮੈਨੂੰ ਆਪਣੀ ਕਿਰਪਾ ਦੇ ਕਾਰਨ ਇਸ ਯੋਗ ਸਮਝਿਆ ਹੈ ਕਿ ਮੈਂ ਮਸੀਹ ਦੀਆਂ ਬੇਅੰਤ ਅਸੀਸਾਂ ਦਾ ਸ਼ੁਭ ਸਮਾਚਾਰ ਪਰਾਈਆਂ ਕੌਮਾਂ ਨੂੰ ਸੁਣਾਵਾਂ ਅਤੇ ਪਰਮੇਸ਼ਰ ਦੇ ਗੁਪਤ ਭੇਦ ਦਾ ਰਹੱਸ ਸਭ ਮਨੁੱਖ ਜਾਤੀ ਸਾਹਮਣੇ ਖੋਲ੍ਹਣਾ। ਪਰਮੇਸ਼ਰ ਜੋ ਸਭ ਚੀਜ਼ਾਂ ਦਾ ਰਚਨਹਾਰਾ ਹੈ, ਉਸ ਨੇ ਇਹ ਭੇਦ ਪਹਿਲੇ ਸਭ ਯੁੱਗਾਂ ਵਿੱਚ ਆਪਣੇ ਤੱਕ ਹੀ ਰੱਖਿਆ ਤਾਂ ਜੋ ਇਸ ਯੁੱਗ ਵਿੱਚ ਵਿਸ਼ਵਾਸ ਸੰਗਤ ਦੇ ਦੁਆਰਾ ਉਹ ਆਪਣੇ ਕਈ ਪੱਖੇ ਗਿਆਨ ਨੂੰ ਦੈਵੀ ਅਧਿਕਾਰੀਆਂ ਅਤੇ ਤਾਕਤਾਂ ਤੇ ਪ੍ਰਗਟ ਕਰੇ। ਇਹ ਸਭ ਪਰਮੇਸ਼ਰ ਦੇ
ਉਸੇ ਅਟਲ ਉਦੇਸ਼ ਦੀ ਪੂਰਤੀ ਲਈ ਹੋਇਆ ਜੋ ਉਸਨੇ ਮਸੀਹ ਯਿਸੂ ਸਾਡੇ ਪ੍ਰਭੂ ਦੁਆਰਾ ਕੀਤਾ। ਮਸੀਹ ਦੀ ਸੰਗਤ ਰਾਹੀਂ ਅਤੇ ਉਸ ਉਤਲੇ ਆਪਣੇ ਵਿਸ਼ਵਾਸ ਰਾਹੀਂ ਹੁਣ ਅਸੀਂ ਨਿਡਰ ਹੋ ਕੇ ਕਿ ਪੂਰਨ ਭਰੋਸੇ ਨਾਲ ਪਰਮੇਸ਼ਰ ਦੇ ਨੇੜੇ ਜਾ ਸਕਦੇ ਹਾਂ। ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਤੋਂ ਦੁਖੀ ਨਾ ਹੋਵੋ ਕਿ ਮੈਂ ਤੁਹਾਡੇ ਲਈ ਦੁੱਖ ਸਹਿ ਰਿਹਾ ਹਾਂ। ਇਹ ਤਾਂ ਤੁਹਾਡਾ ਮਾਣ ਹੈ। ਮਸੀਹ ਦਾ ਪਿਆਰ ਇਹੀ ਕਾਰਨ ਹੈ ਕਿ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡਿਆਂ ਪਰਨੇ ਹੋ ਕੇ ਪ੍ਰਾਰਥਨਾ ਕਰਦਾ ਹਾਂ, ਕਿਉਂਕਿ ਉਸੇ ਤੋਂ ਆਕਾਸ਼ ਅਤੇ ਧਰਤੀ ਦਾ ਹਰ ਟੱਬਰ ਆਪਣਾ ਨਾਂ ਪ੍ਰਾਪਤ ਕਰਦਾ ਹੈ। ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸ਼ਕਤੀ ਦੇਵੇ ਕਿ ਤੁਸੀਂ ਆਪਣੇ ਅੰਦਰ ਬਲ ਪ੍ਰਾਪਤ ਕਰੋ। ਫਿਰ ਇਹ ਵੀ ਕਿ ਮਸੀਹ ਤੁਹਾਡੇ ਅੰਦਰ ਵਿਸ਼ਵਾਸ ਦੇ ਦੁਆਰਾ ਵਾਸ ਕਰੇ। ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ, ਤਾਂ ਜੋ ਤੁਹਾਡੇ ਵਿੱਚ ਇੰਨਾ ਬਲ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਦੂਜੇ ਲੋਕਾਂ ਨਾਲ ਮਿਲ ਕੇ ਉਸ ਦੇ ਪਿਆਰ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਨੂੰ ਜਾਣ ਸਕੋ। ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਉਸ ਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਰ ਦੀ ਪੂਰਨਤਾ ਨਾਲ ਪੂਰੀ ਤਰ੍ਹਾਂ ਨਾਲ ਭਰ ਜਾਵੋ। ਹੁਣ ਉਸੇ ਦੀ ਜੋ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਅਧਿਕ ਆਪਣੀ ਉਸ ਸ਼ਕਤੀ ਨਾਲ ਕਰ ਸਕਦਾ ਹੈ ਜੋ ਸਾਡੇ ਵਿੱਚ ਕੰਮ ਕਰ ਰਹੀ ਹੈ। ਉਸੇ ਪਰਮੇਸ਼ਰ ਦੀ ਵਡਿਆਈ ਵਿਸ਼ਵਾਸ ਸੰਗਤ ਦੇ ਵਿੱਚ ਅਤੇ ਮਸੀਹ ਦੇ ਵਿੱਚ ਹਰ ਯੁੱਗ ਵਿੱਚ ਅਨੰਤ ਕਾਲ ਤੱਕ ਹੁੰਦੀ ਰਹੇ। ਆਮੀਨ। ਅਫਸੀਆਂ ਦੀ ਕਿਤਾਬ ਅਧਿਆਇ 4। ਸਰੀਰ ਦੀ ਏਕਤਾ। ਮੈਂ ਪ੍ਰਭੂ ਦਾ ਕੈਦੀ ਹੋਣ ਦੇ ਨਾਤੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਪਰਮੇਸ਼ਰ ਵੱਲੋਂ ਮਿਲੇ ਸੱਦੇ ਦੇ ਯੋਗ ਆਪਣਾ ਜੀਵਨ ਗੁਜ਼ਾਰੋ। ਹਮੇਸ਼ਾ ਦੀਨ, ਨਮਰ ਅਤੇ ਧੀਰਜਵਾਨ ਬਣੋ। ਇੱਕ ਦੂਜੇ ਨੂੰ ਪਿਆਰ ਕਰੋ। ਹਰ ਸਮੇਂ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਇੱਕ ਹੀ ਸਰੀਰ ਹੈ, ਇੱਕ ਹੀ ਆਤਮਾ ਹੈ। ਜਿਸ ਤਰ੍ਹਾਂ ਇੱਕ ਹੀ ਉਮੀਦ ਹੈ ਜਿਸ ਦੇ ਲਈ ਤੁਹਾਨੂੰ ਪਰਮੇਸ਼ਰ ਨੇ ਸੱਦਿਆ ਹੈ। ਇੱਕ ਹੀ ਪ੍ਰਭੂ ਹੈ, ਇੱਕ ਹੀ ਵਿਸ਼ਵਾਸ ਹੈ, ਇੱਕ ਹੀ ਬਪਤਿਸਮਾ ਹੈ, ਇੱਕ ਹੀ ਪਰਮੇਸ਼ਰ ਹੈ ਜੋ ਸਭ ਦਾ ਪਿਤਾ ਹੈ। ਉਹੀ ਸਭ ਦਾ ਸੁਆਮੀ ਹੈ, ਸਭ ਵਿੱਚ ਕੰਮ ਕਰਦਾ ਹੈ ਅਤੇ ਸਭ ਵਿੱਚ ਵਾਸ ਕਰਦਾ ਹੈ। ਮਸੀਹ ਨੇ ਆਪਣੀ ਕਿਰਪਾ ਨਾਲ ਸਾਡੇ ਵਿੱਚੋਂ ਹਰ ਇੱਕ ਨੂੰ ਸਾਡੇ ਹਿੱਸੇ ਅਨੁਸਾਰ ਦਾਤ ਦਿੱਤੀ ਹੈ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ, ਜਦੋਂ ਉਹ ਉਚਾਈਆਂ ਤੇ ਚੜ੍ਹ ਗਿਆ ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਿਆ। ਉਸਨੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ। ਉਚਾਈਆਂ ਤੇ ਚੜ੍ਹ ਗਿਆ ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਧਰਤੀ ਦੇ ਹੇਠਲੇ ਭਾਗਾਂ ਵਿੱਚ ਗਿਆ। ਇਸ ਲਈ ਜੋ ਹੇਠਾਂ ਗਿਆ ਉਹੀ ਹੈ ਜੋ ਉੱਪਰ ਸਭ ਅਸਮਾਨਾਂ ਵਿੱਚ ਵੀ ਗਿਆ, ਕਿ ਉਹ ਸਭ ਨੂੰ ਪੂਰਨ ਕਰੇ। ਉਸਨੇ ਸਭ ਨੂੰ ਵੱਖ-ਵੱਖ ਦਾਤਾਂ ਦਿੱਤੀਆਂ, ਕੁਝ ਨੂੰ ਰਸੂਲ ਹੋਣ ਦਾ, ਕੁਝ ਨੂੰ ਨਬੀ ਹੋਣ ਦਾ, ਕੁਝ ਨੂੰ ਸੰਦੇਸ਼ ਵਾਹਕ ਹੋਣ ਦਾ, ਕੁਝ ਨੂੰ ਆਪਣੇ ਲੋਕਾਂ ਦੇ ਚਰਵਾਹੇ ਹੋਣ ਦਾ ਅਤੇ ਕੁਝ ਨੂੰ ਸਿੱਖਿਅਕ ਹੋਣ ਦਾ। ਇਹ ਸਭ ਦਾਤਾਂ ਉਸਨੇ ਦਿੱਤੀਆਂ ਕਿ ਉਹ ਸਭ ਪਰਮੇਸ਼ਰ ਦੇ ਲੋਕਾਂ ਨੂੰ ਸੇਵਾ ਲਈ ਤਿਆਰ ਕਰਨ, ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ। ਇੱਥੋਂ ਤੱਕ ਕਿ ਅਸੀਂ ਸਭ ਉਸ ਏਕਤਾ ਨੂੰ ਪ੍ਰਾਪਤ ਕਰੀਏ ਜੋ ਉਸ ਤੇ ਵਿਸ਼ਵਾਸ ਕਰਨ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਜਾਣਨ ਦੁਆਰਾ ਮਿਲਦੀ ਹੈ। ਇਹ ਹੋਣ ਤੇ ਅਸੀਂ ਆਪਣੀ ਪੂਰੀ ਮਨੁੱਖਤਾ ਨੂੰ ਪਹੁੰਚਾਂਗੇ, ਅਰਥਾਤ ਉਸ ਪੂਰਨਤਾ ਨੂੰ ਜੋ ਮਸੀਹ ਤੋਂ ਮਿਲਦੀ ਹੈ। ਫਿਰ ਅਸੀਂ ਬੱਚੇ ਨਹੀਂ ਰਹਾਂਗੇ ਜੋ ਹਰ ਤਰ੍ਹਾਂ ਦੀ ਝੂਠੀ ਸਿੱਖਿਆ, ਮਕਰ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੇ ਨਾਲ ਇੱਧਰ ਉੱਧਰ ਭਟਕਦੇ ਹਨ। ਸਗੋਂ ਅਸੀਂ ਆਪਣੇ ਜੀਵਨ ਦਾ ਆਧਾਰ ਸੱਤ ਅਤੇ ਪਿਆਰ ਨੂੰ ਬਣਾਵਾਂਗੇ,
ਕਿ ਅਸੀਂ ਮਸੀਹ ਦੀ ਸੰਗਤ ਵਿੱਚ ਹੋਰ ਵਧਦੇ ਜਾਈਏ। ਉਹੀ ਸਾਡਾ ਸਿਰ ਹੈ, ਉਸੇ ਵਿੱਚ ਸਾਰੇ ਅੰਗਾਂ ਦੀ ਏਕਤਾ ਕਾਇਮ ਰਹਿੰਦੀ ਹੈ। ਉਸੇ ਦੇ ਵਿੱਚ ਰਹਿ ਕੇ ਹਰ ਅੰਗ ਕੰਮ ਕਰਦਾ ਹੈ, ਜਿਸ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਜਾਂਦਾ ਹੈ। ਮਸੀਹ ਵਿੱਚ ਨਵਾਂ ਜਨਮ। ਮੈਂ ਤੁਹਾਨੂੰ ਇਹ ਜ਼ਰੂਰੀ ਦੱਸਣਾ ਸਮਝਦਾ ਹਾਂ, ਬਲਕਿ ਮੈਂ ਇਹ ਪ੍ਰਭੂ ਦੇ ਨਾਂ ਦਾ ਵਾਸਤਾ ਪਾ ਕੇ ਕਹਿੰਦਾ ਹਾਂ। ਪਰਾਈਆਂ ਜਾਤਾਂ ਦੇ ਲੋਕਾਂ ਦੀ ਤਰ੍ਹਾਂ ਨਾ ਕਰੋ, ਜਿਨ੍ਹਾਂ ਦੇ ਵਿਚਾਰ ਫੋਕੀਆਂ ਗੱਲਾਂ ਤੇ ਆਧਾਰਿਤ ਹਨ। ਉਹਨਾਂ ਦੇ ਮਨ ਵੀ ਹਨੇਰੇ ਹਨ। ਉਹ ਉਸ ਜੀਵਨ ਤੋਂ ਵੀ ਦੂਰ ਹਨ ਜੋ ਪਰਮੇਸ਼ਰ ਦਿੰਦਾ ਹੈ, ਕਿਉਂਕਿ ਉਹ ਬਿਲਕੁਲ ਬੁੱਧੂ ਅਤੇ ਹਠ ਧਰਮੀ ਹਨ। ਉਹਨਾਂ ਨੇ ਹਰ ਤਰ੍ਹਾਂ ਦੀ ਸ਼ਰਮ ਤੋਂ ਹੱਥ ਧੋ ਲਏ ਹਨ। ਉਹਨਾਂ ਨੇ ਹਰ ਤਰ੍ਹਾਂ ਆਪਣੇ ਆਪ ਨੂੰ ਦੁਰਾਚਾਰ ਵਿੱਚ ਫਸਾ ਰੱਖਿਆ ਹੈ ਅਤੇ ਉਹ ਹਰ ਤਰ੍ਹਾਂ ਦੀ ਬੁਰਾਈ ਬਿਨਾਂ ਰੁਕੇ ਕਰਦੇ ਹਨ। ਪਰ ਤੁਸੀਂ ਮਸੀਹ ਦੇ ਬਾਰੇ ਇਸ ਤਰ੍ਹਾਂ ਨਹੀਂ ਸਿੱਖਿਆ ਹੈ। ਇਸ ਲਈ ਜੇਕਰ ਤੁਸੀਂ ਉਸ ਦੇ ਬਾਰੇ ਸੁਣਿਆ ਅਤੇ ਉਸ ਦੀ ਸਿੱਖਿਆ ਨੂੰ ਸਵੀਕਾਰ ਕੀਤਾ ਹੈ, ਅਰਥਾਤ ਉਸੇ ਸੱਤ ਨੂੰ ਜੋ ਯਿਸੂ ਵਿੱਚ ਹੈ, ਤਾਂ ਫਿਰ ਤੁਹਾਨੂੰ ਆਪਣਾ ਪੁਰਾਣਾ ਜੀਵਨ ਤਿਆਗ ਦੇਣਾ ਚਾਹੀਦਾ ਹੈ, ਅਰਥਾਤ ਆਪਣੀ ਉਹ ਮਨੁੱਖਤਾ ਜੋ ਇਸ ਦੀਆਂ ਕਪਟੀ ਵਾਸ਼ਨਾਵਾਂ ਦੇ ਰਾਹੀਂ ਨਾਸ਼ ਹੋ ਰਹੀ ਹੈ। ਤੁਹਾਡੇ ਮਨ ਅਤੇ ਦਿਲ ਦਾ ਬਿਲਕੁਲ ਨਵਾਂ ਬਣਨਾ ਜ਼ਰੂਰੀ ਹੈ। ਤੁਸੀਂ ਉਸ ਨਵੇਂ ਮਨੁੱਖੀ ਸੁਭਾਅ ਨੂੰ ਪ੍ਰਾਪਤ ਕਰੋ ਜੋ ਪਰਮੇਸ਼ਰ ਦੇ ਸਰੂਪ ਤੇ ਧਾਰਮਿਕਤਾ ਅਤੇ ਪਵਿੱਤਰਤਾ ਦੇ ਦੁਆਰਾ ਰਚਿਆ ਗਿਆ ਹੈ। ਇਸ ਲਈ ਝੂਠ ਬੋਲਣਾ ਛੱਡ ਦਿਓ। ਧਰਮ ਗ੍ਰੰਥ ਵਿੱਚ ਲਿਖਿਆ ਹੈ, ਹਰ ਕੋਈ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਸਭ ਇੱਕ ਹੀ ਸਰੀਰ ਦੇ ਅੰਗ ਹਾਂ। ਤੁਸੀਂ ਗੁੱਸਾ ਤਾਂ ਕਰੋ, ਪਰ ਪਾਪ ਨਾ ਕਰੋ। ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖਤਮ ਕਰ ਦਿਓ। ਤੁਸੀਂ ਸ਼ੈਤਾਨ ਨੂੰ ਕਿਸੇ ਤਰ੍ਹਾਂ ਦਾ ਵੀ ਮੌਕਾ ਨਾ ਦਿਓ। ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਉਹ ਕੋਈ ਇਮਾਨਦਾਰੀ ਵਾਲਾ ਕੰਮ ਆਪਣੇ ਹੱਥਾਂ ਨਾਲ ਕਰੇ, ਤਾਂ ਜੋ ਉਸ ਕੋਲ ਲੋੜਵੰਦ ਦੇ ਦੇਣ ਲਈ ਕੁਝ ਹੋਵੇ। ਤੁਹਾਡੇ ਮੂੰਹ ਵਿੱਚੋਂ ਕੋਈ ਕਵਚਨ ਨਾ ਨਿਕਲੇ, ਪਰ ਸਗੋਂ ਇਹੋ ਜਿਹੇ ਭਲੇ ਵਚਨ ਨਿਕਲਣ ਜਿਨ੍ਹਾਂ ਤੋਂ ਸੁਣਨ ਵਾਲੇ ਲੋੜਵੰਦ ਨੂੰ ਲਾਭ ਪਹੁੰਚੇ ਅਤੇ ਉਹਨਾਂ ਦੀ ਉਸਾਰੀ ਹੋਵੇ। ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰ, ਕਿਉਂਕਿ ਉਹੀ ਆਤਮਾ ਹੈ ਜੋ ਸਾਡੇ ਤੇ ਮੋਹਰ ਹੈ ਅਤੇ ਜਿਸ ਦੇ ਦੁਆਰਾ ਅਸੀਂ ਉਸ ਦਿਨ ਜਾਣੇ ਜਾਵਾਂਗੇ ਜਿਸ ਦਿਨ ਉਹ ਸਾਨੂੰ ਆਜ਼ਾਦ ਕਰੇਗਾ। ਸਭ ਤਰ੍ਹਾਂ ਦੇ ਕੌੜੇਪਣ, ਜਲਦਬਾਜ਼ੀ, ਗੁੱਸਾ, ਝਗੜੇ ਅਤੇ ਨਿੰਦਾ ਨੂੰ ਆਪਣੇ ਤੋਂ ਦੂਰ ਕਰੋ। ਗੱਲ ਕੀ, ਹਰ ਬੁਰਾਈ ਤੋਂ ਦੂਰ ਰਹੋ। ਇਹਨਾਂ ਸਭ ਦੀ ਥਾਂ ਇੱਕ ਦੂਜੇ ਤੇ ਦਇਆ ਅਤੇ ਤਰਸ ਕਰੋ। ਇੱਕ ਦੂਜੇ ਨੂੰ ਮਾਫ ਕਰੋ, ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਮਾਫ ਕੀਤਾ ਹੈ। ਅਫਸੀਆਂ ਦੀ ਕਿਤਾਬ ਅਧਿਆਇ 5। ਤੁਸੀਂ ਪਰਮੇਸ਼ਰ ਦੀ ਸੰਤਾਨ ਹੋ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਤੁਸੀਂ ਉਸ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ। ਪਿਆਰ ਵਾਲਾ ਜੀਵਨ ਗੁਜ਼ਾਰੋ, ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੇ ਤੌਰ ਤੇ ਸਾਡੇ ਵਾਸਤੇ ਪਰਮੇਸ਼ਰ ਦੇ ਸਾਹਮਣੇ ਚੜਾ ਦਿੱਤਾ। ਤੁਸੀਂ ਪਰਮੇਸ਼ਰ ਦੇ ਲੋਕ ਹੋ, ਇਸ ਲਈ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਚਾਰ, ਅਸ਼ੁੱਧਤਾ ਅਤੇ ਲੋਭ ਦੀ ਚਰਚਾ ਨਹੀਂ ਹੋਣੀ ਚਾਹੀਦੀ ਹੈ। ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦਾ ਖਰਵਾਪਣ, ਮੂਰਖਤਾ ਅਤੇ ਦੋ ਅਰਥੀ ਭਾਸ਼ਾ ਦੀ ਵਰਤੋਂ ਹੋਵੇ। ਬਸ ਤੁਹਾਡੇ ਵਿੱਚ ਇੱਕ ਹੀ ਚੀਜ਼ ਹੋਵੇ, ਉਹ ਹੈ ਪਰਮੇਸ਼ਰ ਦਾ ਧੰਨਵਾਦ ਕਰਨਾ। ਇਹ ਗੱਲ ਪੂਰੀ ਤਰ੍ਹਾਂ ਨਾਲ ਜਾਣ ਲਓ। ਇਹੋ ਜਿਹਾ ਕੋਈ ਵੀ ਮਨੁੱਖ ਜੋ ਕਿਸੇ ਤਰ੍ਹਾਂ ਦਾ ਵਿਵਚਾਰ, ਅਸ਼ੁੱਧਤਾ ਅਰਥਾਤ ਮੂਰਤੀ ਪੂਜਾ ਅਤੇ ਲੋਭ ਨੂੰ ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ, ਉਹ ਮਸੀਹ ਅਤੇ ਪਰਮੇਸ਼ਰ ਦੇ ਰਾਜ ਦਾ ਕਿਸੇ ਤਰ੍ਹਾਂ ਵੀ ਭਾਗੀ ਨਹੀਂ ਹੋਵੇਗਾ। ਕਿਸੇ ਤਰ੍ਹਾਂ ਵੀ ਫੋਕੀਆਂ ਗੱਲਾਂ ਨਾਲ ਧੋਖਾ ਨਾ ਖਾਵੋ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦੇ ਰਾਹੀਂ ਪਰਮੇਸ਼ਰ ਦੀ ਦੈਵੀ ਸਜ਼ਾ ਪਰਮੇਸ਼ਰ ਦੀ ਆਗਿਆ ਨਾ ਮੰਨਣ ਵਾਲਿਆਂ ਦੇ ਉੱਤੇ ਆਉਂਦੀ ਹੈ। ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹੋ। ਪਹਿਲਾਂ ਤੁਸੀਂ ਹਨੇਰੇ ਦੇ ਵਾਸੀ ਸੋ, ਪਰ ਹੁਣ ਤੁਸੀਂ ਪ੍ਰਭੂ ਦੀ ਸੰਗਤ ਵਿੱਚ ਆ ਕੇ
ਚਾਨਣ ਦੇ ਵਾਸੀ ਬਣ ਗਏ ਹੋ। ਇਸ ਲਈ ਹੁਣ ਤੁਸੀਂ ਚਾਨਣ ਦੇ ਵਾਸੀਆਂ ਦੀ ਤਰ੍ਹਾਂ ਜੀਵਨ ਗੁਜ਼ਾਰੋ। ਯਾਦ ਰੱਖੋ, ਚਾਨਣ ਹੀ ਹੈ ਜੋ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸੱਤ ਨੂੰ ਜਨਮ ਦਿੰਦਾ ਹੈ। ਹਮੇਸ਼ਾ ਉਸ ਚੀਜ਼ ਦੀ ਭਾਲ ਕਰੋ ਜਿਸ ਤੋਂ ਪ੍ਰਭੂ ਖੁਸ਼ ਹੁੰਦਾ ਹੈ। ਹਨੇਰੇ ਦੇ ਵਾਸੀਆਂ ਦੇ ਕੰਮ ਨਾਲ ਕੋਈ ਵਾਸਤਾ ਨਾ ਰੱਖੋ, ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ। ਉਹਨਾਂ ਗੱਲਾਂ ਨੂੰ ਜੋ ਉਹ ਗੁਪਤ ਰੂਪ ਵਿੱਚ ਕਰਦੇ ਹਨ, ਮੂੰਹ ਤੇ ਲਿਆਉਣਾ ਵੀ ਸ਼ਰਮ ਦੀ ਗੱਲ ਹੈ। ਹਰ ਚੀਜ਼ ਜੋ ਚਾਨਣ ਦੁਆਰਾ ਪ੍ਰਗਟ ਕਰ ਦਿੱਤੀ ਜਾਂਦੀ ਹੈ, ਉਸ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ, ਬਲਕਿ ਉਹ ਆਪ ਹੀ ਚਾਨਣ ਵਿੱਚ ਬਦਲ ਜਾਂਦੀ ਹੈ। ਇਸ ਲਈ ਇਹ ਕਿਹਾ ਗਿਆ ਹੈ, ਸੌਣ ਵਾਲੇ ਜਾਗ, ਮੁਰਦਿਆਂ ਵਿੱਚੋਂ ਉੱਠ ਖੜਾ ਹੋ, ਤਾਂ ਮਸੀਹ ਤੇਰੇ ਤੇ ਚਾਨਣ ਕਰੇਗਾ। ਇਸ ਲਈ ਆਪਣੇ ਰਹਿਣ ਬਹਿਣ ਵੱਲ ਧਿਆਨ ਦੇਵੋ। ਮੂਰਖਾਂ ਵਾਲਾ ਵਰਤਾਓ ਨਾ ਕਰੋ, ਸਗੋਂ ਅਕਲਮੰਦਾਂ ਵਾਲਾ ਕਰੋ। ਆਪਣੇ ਸਮੇਂ ਤੋਂ ਪੂਰਾ ਲਾਭ ਪ੍ਰਾਪਤ ਕਰੋ, ਕਿਉਂਕਿ ਇਹ ਦਿਨ ਬੁਰੇ ਹਨ। ਸੋ ਮੂਰਖ ਨਾ ਬਣੋ, ਸਗੋਂ ਪ੍ਰਭੂ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਸ਼ਰਾਬ ਪੀਣੀ ਛੱਡ ਦਿਓ, ਨਹੀਂ ਤਾਂ ਇਹ ਤੁਹਾਡਾ ਨਾਸ਼ ਕਰ ਦੇਵੇਗੀ। ਇਸ ਲਈ ਇਸ ਦੀ ਥਾਂ ਪਵਿੱਤਰ ਆਤਮਾ ਨਾਲ ਭਰ ਜਾਵੋ। ਇੱਕ ਦੂਜੇ ਵੱਲ ਭਜਨਾਂ, ਗੀਤਾਂ ਅਤੇ ਆਤਮਿਕ ਰਾਗਾਂ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ। ਆਪਣੇ ਮਨੋਂ ਪ੍ਰਭੂ ਦਾ ਭਜਨ ਅਤੇ ਸਿਮਰਨ ਕਰੋ। ਪਰਮੇਸ਼ਰ ਪਿਤਾ ਦਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੁਆਰਾ ਧੰਨਵਾਦ ਸਭ ਚੀਜ਼ਾਂ ਦੇ ਲਈ ਕਰੋ। ਮਸੀਹ ਦਾ ਡਰ ਮੰਨਦੇ ਹੋਏ ਆਪਣੇ ਆਪ ਨੂੰ ਇੱਕ ਦੂਜੇ ਨੂੰ ਸੌਂਪ ਦੇਵੋ। ਪਤਨੀਓ, ਆਪਣੇ ਆਪ ਨੂੰ ਆਪਣੇ ਪਤੀਆਂ ਨੂੰ ਸੌਂਪ ਦੇਵੋ, ਜਿਸ ਤਰ੍ਹਾਂ ਕਿ ਪ੍ਰਭੂ ਨੂੰ, ਕਿਉਂਕਿ ਪਤੀ ਪਤਨੀ ਦਾ ਸਿਰ ਹੈ, ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦਾ ਸਿਰ ਹੈ ਅਤੇ ਮੁਕਤੀਦਾਤਾ ਹੈ ਜੋ ਉਸ ਦਾ ਸਰੀਰ ਹੈ। ਇਸ ਲਈ ਪਤਨੀਆਂ ਆਪਣੇ ਪਤੀਆਂ ਦੇ ਉਸੇ ਤਰ੍ਹਾਂ ਅਧੀਨ ਰਹਿਣ ਜਿਸ ਤਰ੍ਹਾਂ ਵਿਸ਼ਵਾਸ ਸੰਗਤ ਮਸੀਹ ਦੇ ਹੈ। ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮਸੀਹ ਨੇ ਵਿਸ਼ਵਾਸ ਸੰਗਤ ਨੂੰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਕੁਰਬਾਨ ਕਰ ਦਿੱਤਾ। ਉਸ ਨੇ ਇਹ ਇਸ ਲਈ ਕੀਤਾ ਕਿ ਉਹ ਉਸ ਨੂੰ ਪਾਣੀ ਅਤੇ ਪਵਿੱਤਰ ਵਚਨ ਦੇ ਨਾਲ ਸ਼ੁੱਧ ਅਤੇ ਪਵਿੱਤਰ ਕਰੇ, ਅਤੇ ਇਸ ਤਰ੍ਹਾਂ ਉਹ ਉਸ ਨੂੰ ਆਪਣੇ ਸਾਹਮਣੇ ਪੂਰਨ ਮਹਿਮਾ ਭਰੀ ਸੁੰਦਰਤਾ ਸਮੇਤ ਬਿਨਾਂ ਕਿਸੇ ਧੱਬੇ ਅਤੇ ਝੁਰੀ ਦੇ ਹਾਜ਼ਰ ਕਰੇ। ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਉਹ ਆਪਣੇ ਸਰੀਰਾਂ ਨੂੰ ਕਰਦੇ ਹਨ, ਕਿਉਂਕਿ ਜੋ ਕੋਈ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਅਸਲ ਵਿੱਚ ਆਪਣੇ ਆਪ ਨੂੰ ਪਿਆਰ ਕਰਦਾ ਹੈ। ਕੋਈ ਮਨੁੱਖ ਵੀ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ, ਸਗੋਂ ਉਹ ਉਸ ਦੀ ਇਸ ਤਰ੍ਹਾਂ ਨਾਲ ਪਾਲਣਾ ਪੋਸ਼ਣਾ ਕਰਦਾ ਹੈ ਜਿਸ ਤਰ੍ਹਾਂ ਮਸੀਹ ਵਿਸ਼ਵਾਸ ਸੰਗਤ ਦੀ ਕਰਦਾ ਹੈ, ਕਿਉਂਕਿ ਅਸੀਂ ਵੀ ਉਸੇ ਦੇ ਸਰੀਰ ਦੇ ਅੰਗ ਹਾਂ। ਇਸੇ ਲਈ ਧਰਮ ਗ੍ਰੰਥ ਕਹਿੰਦਾ ਹੈ, ਆਦਮੀ ਇਸੇ ਕਾਰਨ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ। ਇਹਨਾਂ ਸ਼ਬਦਾਂ ਵਿੱਚ ਇੱਕ ਵੱਡਾ ਭੇਦ ਪ੍ਰਗਟ ਕੀਤਾ ਗਿਆ ਹੈ ਜੋ ਮੈਂ ਸਮਝਦਾ ਹਾਂ ਕਿ ਮਸੀਹ ਅਤੇ ਵਿਸ਼ਵਾਸ ਸੰਗਤ ਤੇ ਲਾਗੂ ਹੁੰਦਾ ਹੈ, ਪਰ ਇਹ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ। ਹਰ ਪਤੀ ਆਪਣੀ ਪਤਨੀ ਨੂੰ ਆਪਣੇ ਵਾਂਗ ਪਿਆਰ ਕਰੇ ਅਤੇ ਹਰ ਪਤਨੀ ਆਪਣੇ ਪਤੀ ਦਾ ਆਦਰ ਕਰੇ। ਆਪਸੀਆਂ ਦੀ ਕਿਤਾਬ ਅਧਿਆਇ 6। ਬੱਚਿਓ, ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਰਹੋ, ਕਿਉਂਕਿ ਇਹ ਕਰਨਾ ਭਲਾ ਹੈ। ਆਪਣੇ ਮਾਂ-ਪਿਓ ਦਾ ਸਤਿਕਾਰ ਕਰ, ਇਹ ਪਹਿਲੀ ਆਗਿਆ ਹੈ। ਇਸ ਦੇ ਨਾਲ ਪ੍ਰਤਿੱਗਿਆ ਵੀ ਹੈ। ਇਸ ਦੇ ਪੂਰਾ ਕਰਨ ਨਾਲ ਤੇਰਾ ਭਲਾ ਹੋਵੇਗਾ ਅਤੇ ਧਰਤੀ ਉੱਤੇ ਤੂੰ ਲੰਬੀ ਉਮਰ ਗੁਜ਼ਾਰੇਂਗਾ। ਮਾਪਿਓ, ਤੁਸੀਂ ਵੀ ਆਪਣੇ ਬੱਚਿਆਂ ਨੂੰ ਖਫਾ ਨਾ ਕਰੋ, ਸਗੋਂ ਉਹਨਾਂ ਦਾ ਪਾਲਣ ਪੋਸ਼ਣ ਮਸੀਹੀ ਅਸੂਲਾਂ ਅਤੇ ਸਿੱਖਿਆ ਅਨੁਸਾਰ ਕਰੋ। ਗੁਲਾਮੋ, ਆਪਣੇ ਸੰਸਾਰਕ ਮਾਲਕਾਂ ਦੇ ਪੂਰੇ ਦਿਲ ਨਾਲ ਡਰਦੇ ਅਤੇ ਕੰਬਦੇ ਹੋਏ
ਇਸ ਤਰ੍ਹਾਂ ਆਗਿਆਕਾਰ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਗੁਲਾਮ ਹੋ। ਕੇਵਲ ਆਦਮੀਆਂ ਨੂੰ ਦਿਖਾਉਣ ਵਾਸਤੇ ਸੇਵਾ ਨਾ ਕਰੋ, ਸਗੋਂ ਮਸੀਹ ਦੇ ਗੁਲਾਮ ਹੋਣ ਦੇ ਨਾਤੇ ਪਰਮੇਸ਼ਰ ਦੀ ਇੱਛਾ ਪੂਰੀ ਕਰੋ। ਇਸ ਲਈ ਗੁਲਾਮ ਹੋਣ ਦੇ ਨਾਤੇ ਹੀ ਖੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਤੁਹਾਡੀ ਸੇਵਾ ਪ੍ਰਭੂ ਲਈ ਹੈ, ਨਾ ਕਿ ਆਦਮੀਆਂ ਲਈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਹਰ ਭਲੇ ਕੰਮ ਕਰਨ ਵਾਲੇ ਨੂੰ ਪ੍ਰਭੂ ਬਦਲਾ ਦੇਵੇਗਾ, ਚਾਹੇ ਉਹ ਗੁਲਾਮ ਹੋਵੇ ਜਾਂ ਆਜ਼ਾਦ। ਮਾਲਕੋ, ਤੁਸੀਂ ਵੀ ਆਪਣੇ ਗੁਲਾਮਾਂ ਨਾਲ ਚੰਗਾ ਵਰਤਾਓ ਕਰੋ, ਸਗੋਂ ਇਹ ਜਾਣਦੇ ਹੋਏ ਕਿ ਤੁਹਾਡਾ ਦੋਹਾਂ ਦਾ ਸਵਰਗ ਵਿੱਚ ਇੱਕ ਮਾਲਕ ਹੈ ਜੋ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾ। ਉਹਨਾਂ ਨੂੰ ਐਵੇਂ ਧਮਕਾਉਣਾ ਛੱਡ ਦਿਓ। ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਇਸ ਲਈ ਸਾਵਧਾਨ ਰਹੋ, ਸੱਤ ਦਾ ਕਮਰਬੰਦ ਅਤੇ ਧਾਰਮਿਕਤਾ ਦਾ ਸੰਜੋਆ ਪਹਿਨ ਲਵੋ, ਪੈਰੀਂ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੁਆਰਾ ਤੁਸੀਂ ਸ਼ੈਤਾਨ ਦੇ ਅਗਨਬਾਣਾਂ ਨੂੰ ਬੁਝਾ ਸਕੋਗੇ। ਇਸੇ ਤਰ੍ਹਾਂ ਮੁਕਤੀ ਦੇ ਦਾਨ ਨੂੰ ਆਪਣਾ ਲੋਹ ਟੋਪ ਅਤੇ ਆਤਮਾ ਨੂੰ ਤਲਵਾਰ ਦੇ ਰੂਪ ਵਿੱਚ, ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ, ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਸਾਡਾ ਪਿਆਰਾ ਭਰਾ ਤਖਿਕਸ, ਜੋ ਪ੍ਰਭੂ ਦਾ ਇੱਕ ਆਗਿਆਕਾਰੀ ਸੇਵਾਦਾਰ ਹੈ, ਤੁਹਾਨੂੰ ਉਹ ਸਭ ਕੁਝ ਦੱਸੇਗਾ ਕਿ ਤੁਸੀਂ ਜਾਣੋ ਕਿ ਮੈਂ ਕਿਸ ਤਰ੍ਹਾਂ ਹਾਂ ਅਤੇ ਕੀ ਕਰ ਰਿਹਾ ਹਾਂ। ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਘੱਲ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਉਤਸ਼ਾਹ ਵੀ ਦੇਵੇ। ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭ ਭਰਾਵਾਂ ਨੂੰ ਸ਼ਾਂਤੀ, ਪਿਆਰ ਅਤੇ ਵਿਸ਼ਵਾਸ ਦਾ ਦਾਨ ਦੇਵੇ। ਤੁਸੀਂ ਜੋ ਪ੍ਰਭੂ ਨੂੰ ਅਟੁੱਟ ਪਿਆਰ ਕਰਦੇ ਹੋ, ਪਰਮੇਸ਼ਰ ਦੀ ਕਿਰਪਾ ਤੁਹਾਡੇ ਸਭ ਉੱਤੇ ਹੋਵੇ।